ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਗਰਬੈ ਬਹ ਬੂੰਦ ਚਤੰਤਰ, ਸਨਮੁਖ ਸਿੰਧ ਸੋਭ ਨਹੀਂ ਪਾਵੈ। ਜਿਉਂ ਬਹ ਉੱਡੈ ਖਗ ਧਾਰ ਮਹਾਬਲ, ਦੇਖ ਆਕਾਸ ਹਿਰਦੈ ਸੁਖ ਚਾਵੈ। ਜਿਉਂ ਬ੍ਰਹਮੰਡ ਪ੍ਰਚੰਡ ਬਿਲੋਕਤ, ਗੂਲਰ ਜੰਤ ਉਡੰਤ ਲਜਾਵੈ। ਤੂੰ ਕਰਤਾ ਹਮ ਕੀਏ ਤਿਹਾਰੇ ਜੀ, ਤੋ ਪਹਿ ਬੋਲਣਾ ਕਿਉ ਬਣ ਆਵੈ। ਤੂੰ ਕਰਤਾ ਹਮ ਕੀਏ ਤਿਹਾਰੇ ਜੀ, ਤੋ ਪਹਿ ਬੋਲਣਾ ਕਿਉ ਬਣ ਆਵੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ, ਘਰ ਬਾਰਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦ, ਬੰਦਨਾ ਹਰ ਬੰਦਨਾ। ਗੁਣ ਗਾਵਹੁ ਗੋਪਾਲ ਰਾਏ, ਬੰਦਨਾ ਹਰ ਬੰਦਨਾ। ਗੁਣ ਗਾਵਹੁ ਗੋਪਾਲ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ, ਤ੍ਰਿਲੋਕੀ ਦੇ ਮਾਲਕ, ਸਮੁੱਚੀ ਕਾਇਨਾਤ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਬਖਸ਼ ਕੇ ਨਵਾਜਣ ਵਾਲੇ, ਤਖ਼ਤਾਂ ਉੱਪਰ ਸੁਭਾਈਮਾਨ, ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹੋਏ ਨੇ, ਜਿਨ੍ਹਾਂ ਦੀਵਾਨਾਂ ਦੇ ਵਿੱਚ ਨਿਤ ਦੀ ਮਰਿਆਦਾ ਦੇ ਅਨੁਸਾਰ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ਮਾਨ ਦੀ ਸੇਵਾ ਉਪਰੰਤ ਪੰਜ ਬਾਣੀਆਂ ਦੇ ਨਿਤਨੇਮ ਜਾਪ। ਹੁਣ ਜੋ ਹਰ ਰੋਜ਼ ਦੀ ਤਰ੍ਹਾਂ ਕੁਝ ਸਮਾਂ ਸਤਿਗੁਰਾਂ ਜੀ ਦੇ ਆਏ ਹੋਏ ਮੁੱਖ ਵਾਕ ਦੀ ਵਿਚਾਰ ਵਿੱਚ ਜੁੜ ਬੈਠਦੇ ਹਾਂ। ਆਓ ਆਪਾਂ ਸਮੇਂ ਨੂੰ ਵਡਭਾਗਿਆਂ ਬਣਾਈਏ, ਆਪਣੇ ਜੀਵਨ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਸੰਸਾਰ ਦੇ ਅੰਦਰ
ਜਿਹੜੇ ਬਾਹਰੀ ਤੌਰ 'ਤੇ ਵੀ ਕੋਈ ਸੰਗਤ ਜੀ ਉੱਦਮ ਉਪਰਾਲਾ ਨਹੀਂ ਨਾ ਕਰਿਆ ਕਰਦੇ, ਉਹ ਫਿਰ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਤਰੱਕੀ ਹਾਸਲ ਨਹੀਂ ਹੁੰਦੀ। ਇਸੇ ਤਰ੍ਹਾਂ ਜਿਹੜੇ ਅੰਮ੍ਰਿਤ ਵੇਲੇ ਦੇ ਨਾਲ ਉੱਠ ਕੇ ਗੁਰੂ ਕੇ ਦਰਸ਼ਨ ਨਹੀਂ ਕਰਦੇ, ਉੱਦਮ ਨਹੀਂ ਕਰਦੇ, ਤੇ ਇਹੀ ਆਖੀ ਜਾਣ ਕਿ ਸਾਡੇ ਤੋਂ ਅੰਮ੍ਰਿਤ ਵੇਲਾ ਸਾਂਭਿਆ ਨਹੀਂ ਜਾਂਦਾ। ਇੱਕ ਵਿਦਵਾਨ ਦੇ ਬੋਲ ਨੇ, ਉਹ ਕਹਿੰਦੇ ਨੇ ਕਿ ਬਿਨ ਉੱਦਮ ਕਾਹੋ ਕੌਣ ਕਉ, ਮਿਲੈ ਤੇਲ ਤਿਲ ਮਾਹੇ। ਉਹ ਕਹਿੰਦੇ ਦੇਖੋ, ਸੰਸਾਰ ਦੇ ਅੰਦਰ ਤਿਲ ਹੁੰਦੇ ਨੇ, ਤੇ ਜੇ ਕੁਝ ਉਹਨਾਂ ਨੂੰ ਕਹੇ ਕਿ ਤਿਲਾਂ ਨੂੰ ਕੋਲੂ ਦੇ ਵਿੱਚ ਪਾਉਣਾ ਨਹੀਂ, ਕੋਲੂ ਘੇੜਨਾ ਨਹੀਂ ਹੈ, ਤੇ ਤੇਲ ਕਿਸ ਤਰੀਕੇ ਦੇ ਨਾਲ ਉਹਨੂੰ ਪ੍ਰਾਪਤ ਹੋਣਾ ਹੈ। ਜਿੱਦਾਂ ਤੇਲ ਮੁਸ਼ੱਕਤ ਘਾਲਣ ਕਰਕੇ ਹੀ ਪ੍ਰਾਪਤ ਹੁੰਦਾ ਹੈ, ਇਸੇ ਤਰ੍ਹਾਂ ਹੀ ਸਿੱਖ ਨੇ ਵੀ ਆਪਣੇ ਜੀਵਨ ਦੇ ਅੰਦਰ ਕੁਝ ਮੁਸ਼ੱਕਤਾਂ ਘਾਲਣੀਆਂ ਨੇ। ਗੁਰਬਾਣੀ ਦੇ ਬੋਲ ਨੇ, ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਭਾਵ ਇਹ ਹੈ ਕਿ ਜਿਨ੍ਹਾਂ ਨੇ ਸੰਸਾਰ ਦੇ ਅੰਦਰ ਆਣ ਕੇ ਕੁਝ ਕਰ ਵਿਖਾਇਆ, ਉੱਦਮ ਕੀਤਾ, ਉਹ ਫਿਰ ਸੰਸਾਰ ਦੇ ਵਿੱਚੋਂ ਲਾਹਾ ਖੱਟ ਕੇ ਚਲੇ ਜਾਂਦੇ ਨੇ। ਨਹੀਂ ਤੇ ਬਹੁਤੇ ਆਉਂਦੇ ਨੇ, ਪਦਾਰਥਾਂ ਨੂੰ ਭੋਗ ਕੇ, ਸੌਂ ਕੇ, ਵਿਸ਼ੇ ਭੋਗ ਕੇ ਇੱਥੋਂ ਚਲੇ ਜਾਂਦੇ, ਖੱਟਦੇ ਕੁਝ ਨਹੀਂ। ਜਿੱਦਾਂ ਸੰਗਤ ਜੀ ਕਿਸੇ ਨੇ ਆਪਣਾ ਧੀ ਪੁੱਤਰ ਵਿਦੇਸ਼ ਵਿੱਚ ਭੇਜਿਆ ਹੋਵੇ ਕਿ ਜਾ ਕੇ ਹੁਣ ਤੂੰ ਆਪਣਾ ਕੁਝ ਕਾਰੋਬਾਰ ਕਰਨਾ ਹੈ ਤੇ ਉੱਥੇ ਕੁਝ ਪੈਸਾ ਲੈ ਕੇ ਆਉਣਾ ਹੈ, ਮਗਰ ਘਰ ਦੇ ਜਿਹੜੇ ਹਾਲਾਤ ਨੇ ਉਹ ਸੁਧਰ ਜਾਣ। ਪਰ ਪੁੱਤਰ ਕੀ ਕਰੇ, ਉੱਥੇ ਜਾ ਕੇ ਇੱਥੋਂ ਜਿਹੜੇ ਪੈਸੇ ਲਾਏ ਹੋਏ ਸਨ ਉਹ ਵੀ ਖਰਾਬ ਕਰ ਦੇਵੇ। ਭਾਵ ਕਿ ਉੱਥੇ ਜਾ ਕੇ ਕੋਈ ਕੰਮ ਕਰੇ ਹੀ ਨਾ, ਉੱਥੇ ਜਾ ਕੇ ਬਸ ਸੁੱਤਾ ਰਹੇ, ਵਿਹਲਾ ਰਹੇ, ਕੰਮ ਚੰਗੇ ਤਰੀਕੇ ਦੇ ਨਾਲ ਨੀਤ ਨਾ ਕਰੇ ਵੀ ਨਾ, ਜੇ ਕਰਦਾ ਤੇ ਥੋੜ੍ਹਾ ਕਰਦਾ, ਜਿਹਦੇ ਵਿੱਚ ਉੱਥੋਂ ਦੇ ਘਰ ਦਾ ਜਿਹੜਾ ਕੁਝ ਟੈਕਸ ਹੁੰਦਾ, ਖਰਚਾ ਉਹੀ ਪੂਰਾ ਹੁੰਦਾ, ਰੋਟੀ ਪਾਣੀ ਮਸਾਂ ਸਰਦਾ। ਇਸੇ ਤਰ੍ਹਾਂ ਹੀ ਸੰਸਾਰ ਦੇ ਅੰਦਰ ਜੋ ਜੀਵ ਆਉਂਦਾ ਹੈ ਸਵਾਸਾਂ ਦੀ ਪੂੰਜੀ ਲੈ ਕੇ, ਭਾਵ ਕਿ ਇਹ ਤੇ ਮਹਾਰਾਜ ਜੀ ਨੇ ਕੁਝ ਇਹਨੂੰ ਗਹਿਣੇ ਦੇ ਦਿੱਤੇ ਨੇ ਸਵਾਸਾਂ ਦੇ ਰੂਪ ਦੇ ਵਿੱਚ। ਹੁਣ ਇੱਥੇ ਆਣ ਕੇ ਇਹਨੇ ਕੁਝ ਕਮਾਈ ਕਰਨੀ ਸੀ ਪਰਮੇਸ਼ਰ ਦੇ ਨਾਮ ਦੀ, ਗੁਰੂ ਘਰ ਦੀ ਸੇਵਾ ਦੀ, ਪਰ ਇਹਦੇ ਤੋਂ ਵਾਂਝਾ ਰਹਿ ਗਿਆ। ਤੇ ਜਿਸ ਤਰੀਕੇ ਦੇ ਨਾਲ ਆਪਾਂ ਆਪਣੇ ਪੁੱਤਰਾਂ ਨੂੰ ਕਹਿੰਦੇ ਆ ਨਾ ਕਿ ਵਿਦੇਸ਼ ਦੇ ਵਿੱਚ ਭੇਜਿਆ, ਇੰਨਾ ਖਰਚਾ ਲਾ ਦਿੱਤਾ, ਖੱਟਿਆ ਕੁਝ ਨਹੀਂ, ਇਹਨੋਂ ਚੰਗਾ ਤੂੰ ਨਾ ਹੀ ਜਾਂਦਾ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਪਿਛੇ ਘਰ ਦੇ ਵਿੱਚ ਜਾਣਾ ਪਰਲੋਕ ਦੇ ਵਿੱਚ, ਉਦੋਂ ਸਾਡੇ ਪਾਸੋਂ ਵੀ ਸੰਗਤ ਜੀ ਇਹ ਗੱਲਾਂ ਪੁੱਛੀਆਂ ਜਾਣੀਆਂ ਨੇ ਕਿ ਦੱਸ ਕੀ ਖੱਟਿਆ, ਨਾਮ ਦੀ ਕਮਾਈ ਕੀਤੀ ਜਾਂ ਨਹੀਂ। ਕਿਉਂਕਿ ਇੱਥੇ ਸੰਸਾਰ ਦੇ ਅੰਦਰ ਜਿਹੜੀ ਪੂੰਜੀ ਹੈ, ਧਨ ਪਦਾਰਥ ਹੈ, ਉਹ ਸੰਗਤ ਜੀ ਕੰਮ ਕਰਦਾ। ਪਰ ਲੋਕ ਦੇ ਵਿੱਚ ਇਹ ਚੀਜ਼ਾਂ ਨੇ ਥੋੜ੍ਹੀ ਸਾਥ ਦੇਣਾ ਹੈ। ਉੱਥੇ ਪਰਮੇਸ਼ਰ ਦਾ ਨਾਮ ਹੀ ਜਿਹੜਾ ਵਰਤਿਆ ਜਾਂਦਾ ਹੈ। ਅਤੇ ਉਸ ਸਮੇਂ ਜਦੋਂ ਧਰਮ ਰਾਜੇ ਨੇ ਪੁੱਛਿਆ, ਭਾਈ ਤੈਨੂੰ ਸੰਸਾਰ 'ਤੇ ਭੇਜਿਆ ਸੀ ਵਿਦੇਸ਼ ਦੇ ਵਿੱਚ, ਕੀ ਖੱਟ ਕਮਾ ਕੇ ਲਿਆਂਦਾ ਹੈ? ਅੱਗੋਂ ਹੱਥ ਝਾੜ ਕੇ ਵਿਖਾ ਦੇਵਾਂਗੇ ਤੇ ਫਿਰ ਸੰਗਤ 'ਚ ਝਟਕਾਂ ਤੇ ਪੈਣਗੀਆਂ ਹੀ ਨਾ। ਬਾਹਰੀ ਤੌਰ 'ਤੇ ਬੱਚਿਆਂ ਨੂੰ ਫਿਰ ਝਟਕਾ ਮਾਰਦੇ ਆ ਵੀ ਹੁਣ ਨਹੀਂ ਤੈਨੂੰ ਭੇਜਣਾ, ਫਿਰ ਹੁਣ ਤੂੰ ਇੱਥੇ ਹੀ ਫਿਰ ਧੱਕੇ ਖਾਂਦਾ ਰਹੇਂਗਾ, ਹੁਣ ਜੋ ਮਰਜ਼ੀ ਕਰ ਲੈ, ਤੈਨੂੰ ਵਿਦੇਸ਼ ਨਹੀਂ ਭੇਜਣਾ। ਇਸੇ ਤਰ੍ਹਾਂ ਪਰਲੋਕ ਦੇ ਵਿੱਚ ਸਾਡੀ ਹਾਲਤ ਬਣਨੀ ਹੈ। ਜਦੋਂ ਉੱਥੇ ਕੁਝ ਹਿਸਾਬ ਕਿਤਾਬ ਸਾਡਾ ਹੋਇਆ ਕਿ ਇੰਨਾ ਕੁਝ ਲੈ ਕੇ ਗਿਆ ਸੀ, ਜਿੱਦਾਂ ਬਾਹਰੀ ਤੌਰ 'ਤੇ ਵਸਤਰ ਦਿੰਦੇ ਆਪਣੇ ਪੁੱਤਰ ਨੂੰ ਜਾਣ ਤੋਂ ਪਹਿਲਾਂ ਚੰਗੇ ਚੰਗੇ ਕੱਪੜੇ ਲੈ ਕੇ ਦਈਦੇ ਨੇ ਕਿ ਉੱਥੇ ਜਾਣਾ ਹੈ, ਹੋਰ ਜਿਹੜੀਆਂ ਲੋੜਵੰਦ ਵਸਤੂਆਂ ਹੁੰਦੀਆਂ ਉਹ ਦਈਦੀਆਂ ਨੇ। ਅਤੇ ਸਾਨੂੰ ਵੀ ਸੰਗਤ ਜੀ ਪਰਮੇਸ਼ਰ ਨੇ ਕਿੰਨੀਆਂ ਚੀਜ਼ਾਂ ਦਿੱਤੀਆਂ ਨੇ, ਘਰ-ਬਾਰ ਦਿੱਤਾ ਹੈ, ਕਿੰਨਾ ਸੁੰਦਰ ਸਰੀਰ ਦਿੱਤਾ ਹੈ ਜਿਹਦਾ ਕੋਈ ਮੁੱਲ ਹੀ ਨਹੀਂ।
ਐਸੀਆਂ ਚੀਜ਼ਾਂ ਦੇ ਕੇ ਭੇਜਿਆ। ਫਿਰ ਝਿੜਕਾਂ ਤੇ ਪੈਣਗੀਆਂ ਕਿ ਦੱਸ ਕੀਤਾ ਕੀ ਜਾ ਕੇ, ਕਮਾਇਆ ਨਹੀਂ ਕੁਝ। ਜਿਹੜਾ ਸਾਡੇ ਕੋਲੋਂ ਖੜਿਆ ਸੀ ਉਹ ਵੀ ਉੱਥੇ ਹੀ ਤੂੰ ਖੂਹ ਖਰਾਬੂ ਕਰਕੇ ਘਰ ਪਰਦਾ ਆਇਆ। ਇਸ ਕਰਕੇ ਸੰਸਾਰ ਦੇ ਅੰਦਰ ਜੀਵ ਆਉਂਦਾ ਹੈ ਪਰਮੇਸ਼ਰ ਦੀ ਬੰਦਗੀ ਵਾਸਤੇ। ਮਤਾ ਕੋਈ ਜਾਣੇ ਕਿ ਸੰਸਾਰ ਅੰਦਰ ਇਕੱਲੇ ਧੀਆਂ ਪੁੱਤਰ ਪਾਲਣੇ ਨੇ, ਆਪਣੀ ਪੀੜ੍ਹੀ ਨੂੰ ਅੱਗੇ ਵਧਾਉਣਾ ਹੈ। ਫਿਰ ਘਰ-ਬਾਰ ਜਿਹੜਾ ਹੈ ਉਹ ਬਣਾਈ ਜਾਣਾ ਹੈ, ਕਾਰੋਬਾਰ ਵੱਡਾ ਚਲਾਈ ਜਾਣਾ। ਇਹ ਕੰਮ ਸੰਗਤ ਜੀ ਦੁਨਿਆਵੀ ਤੌਰ 'ਤੇ ਕਰਨੇ ਜ਼ਰੂਰ ਨੇ, ਪਰ ਇਹ ਨਹੀਂ, ਕਿਉਂਕਿ ਇਹ ਤਾਂ ਨਿੱਜੀ ਕੰਮ ਨੇ। ਪਰ ਜਿਹੜਾ ਅਸਲ ਦੇ ਵਿੱਚ ਪਰਮੇਸ਼ਰ ਦੇ ਦਰਗਾਹ ਦਾ ਰਸਤਾ ਸੀ ਉਹਨੂੰ ਅਪਣਾਇਆ ਨਹੀਂ। ਇਸ ਕਰਕੇ ਅੰਮ੍ਰਿਤ ਵੇਲੇ ਦੇ ਨਾਲ ਵਡਭਾਗੀ ਜਨ ਐਸੀਆਂ ਵਡਿਆਈਆਂ ਪ੍ਰਾਪਤ ਕਰਨ ਵਾਸਤੇ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਆਣ ਕੇ ਬੈਠਦੇ ਨੇ, ਜਿਹਦੇ ਨਾਲ ਅਸੀਂ ਵੀ ਕੁਝ ਸੰਸਾਰ ਤੋਂ ਨਾਮ ਦੀ ਪੂੰਜੀ ਇਕੱਤਰ ਕਰਕੇ ਲੈ ਜਾਈਏ। ਐਸੀ ਵਿਚਾਰਧਾਰਾ ਨੂੰ ਰੱਖਣ ਵਾਲੇ ਸਤਿਗੁਰਾਂ ਜੀ ਦੀ ਪਾਵਨ ਹਜ਼ੂਰੀ ਅੰਦਰ ਆਣ ਕੇ ਬੈਠਦੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਨੇ। ਆਓ ਅੰਮ੍ਰਿਤ ਵੇਲੇ ਦੇ ਨਾਲ ਜੋ ਸਤਿਗੁਰਾਂ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜਾਂ ਇਹ ਕਹਿ ਲਈਏ ਕਿ ਅੱਜ ਦਿਨ ਕਿੱਦਾਂ ਬਤੀਤ ਕਰਨਾ ਹੁਕਮ ਲਾ ਦਿੱਤਾ ਹੈ ਕਿ ਸਿੱਖੋ ਇੱਦਾਂ ਦਿਨ ਵਿੱਚ ਅੱਜ ਬਤੀਤ ਹੋਣਾ ਚਾਹੀਦਾ ਤੁਹਾਡਾ। ਇਹ ਨਹੀਂ ਕਿ ਬਾਹਰੀ ਤੌਰ 'ਤੇ ਕੰਮ ਧੰਦੇ ਇਕੱਲੇ ਕਰਦੇ ਰਹਿਣਾ, ਆਹ ਸਾਡਾ ਹੁਕਮ ਵੀ ਮੰਨਣਾ ਹੈ। ਅਤੇ ਅੱਜ ਸੰਗਤ ਜੀ ਮਹਾਰਾਜ ਜੀ ਨੇ ਕੀ ਸਾਨੂੰ ਉਪਦੇਸ਼ ਬਖਸ਼ਿਆ ਹੈ। ਸਾਰਿਆਂ ਤੋਂ ਪਹਿਲਾਂ ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਸਤਿਗੁਰਾਂ ਜੀ ਦੇ ਚਰਨਾਂ 'ਚ ਝੁਕਾਈਏ ਸੀਸ। ਸਾਰੇ ਅਦਬ ਦੇ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਘਰ ਬਾਰਵਾਂ। ਧਨਾਸਰੀ ਰਾਗ ਦੇ ਅੰਦਰ ਮਹੱਲਾ ਪੰਜਵਾ। ਮਹੱਲੇ ਤੋਂ ਭਾਵ ਹੁੰਦਾ ਹੈ, ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ ਇਹ ਸੰਗਤ ਜੀ ਹਲੂਲ ਸ਼ਬਦ ਤੋਂ ਬਣਿਆ ਹੋਇਆ ਹੈ। ਹਲੂਲ ਦਾ ਅਰਥ ਬਣਦਾ ਹੈ ਸਥਿਤੀ, ਟਿਕਾ ਆ ਜਾਣਾ। ਇਹ ਮਹੱਲੇ ਤੋਂ ਭਾਵ ਇਹ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਹੁਣ ਪੰਜਵੇਂ ਸਰੂਪ ਦੇ ਅੰਦਰ ਟਿਕੇ ਹੋਏ ਨੇ, ਜਾਂ ਉਹਨਾਂ ਦੀ ਜਿਹੜੀ ਜੋਤ ਹੈ ਨਾ ਉਹ ਹੁਣ ਪੰਜਵੇਂ ਸਰੀਰ ਦੇ ਅੰਦਰ ਪ੍ਰਵੇਸ਼ ਹੋਈ ਹੈ, ਟਿਕੀ ਹੋਈ ਹੈ। ਅਤੇ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਦੇ ਪੰਜਵੇਂ ਵਾਰਸ, ਸ਼ਹੀਦਾਂ ਦੇ ਸਰਤਾਜ, ਤਤੀਆਂ ਤਵੀਆਂ 'ਤੇ ਬੈਠਣ ਵਾਲੇ ਸਤਿਗੁਰੂ, ਬਾਣੀ ਕੇ ਬੋਹਿਥ, ਕਲਯੁਗ ਕੇ ਜਹਾਜ਼, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ। ਉਹ ਐਸੇ ਪਾਵਨ ਬਚਨਾਂ ਨੂੰ ਉਚਾਰਨ ਕਰਕੇ ਸਿੱਖਾਂ ਦੀ ਕਲਿਆਣ ਕਰਦੇ ਨੇ। ਪਤਾ ਚੱਲਦਾ ਹੈ ਕਿ ਜਦੋਂ ਮਹਾਰਾਜ ਸੰਗਤਾਂ ਦਾ ਉਧਾਰ ਕਰਿਆ ਕਰਦੇ ਸੀ ਪਾਵਨ ਸ਼ਬਦਾਂ ਨੂੰ ਉਚਾਰਨ ਕਰਕੇ, ਜਾਂ ਜਿੱਦਾਂ ਵੀ ਕੋਈ ਸੰਗਤ ਮਹਾਰਾਜ ਜੀ ਦੇ ਕੋਲ ਆਇਆ ਕਰਦੀ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ, ਅਤੇ ਮਹਾਰਾਜ ਆਏ ਹੋਏ ਜਗਿਆਸੂਆਂ ਨੂੰ ਉਹਨਾਂ ਦੀ ਮਨ ਦੀ ਬਿਰਤੀ ਦੇ ਅਨੁਸਾਰ ਕੁਝ ਉੱਤਰ ਦੇ ਕੇ ਕਰਤਾਰ ਕਰਿਆ ਕਰਦੇ ਸੀ। ਕੀ ਹੋਇਆ, ਕੋਈ ਸੰਗਤ ਆਈ ਹੈ, ਉਹਨੇ ਕੁਝ ਸਵਾਲ ਰੱਖੇ ਦੋ। ਕਹਿਣ ਲੱਗੀ ਮਹਾਰਾਜ ਮਨ ਦੇ ਅੰਦਰ ਦੋ ਕੁ ਸਵਾਲ ਨੇ, ਤੁਸੀਂ ਕਿਰਪਾ ਕਰਕੇ ਮਹਾਰਾਜ ਸਵਾਲਾਂ ਦਾ ਉੱਤਰ ਦੇ ਕੇ ਸਾਨੂੰ ਨਿਰੁੱਤਰ ਕਰ ਦਿਓ। ਮਹਾਰਾਜ ਕਹਿੰਦੇ ਅੱਛਾ ਭਾਈ, ਕੀ ਸਵਾਲ ਤੁਸੀਂ ਲੈ ਕੇ ਆਏ ਹੋ? ਕਹਿੰਦੇ ਮਹਾਰਾਜ ਸੰਸਾਰ ਦੇ ਅੰਦਰ ਲੋਕ ਅਨੇਕਾਂ ਦੇਵੀ ਦੇਵਤਿਆਂ ਨੂੰ ਪੂਜੀ ਜਾ ਰਹੇ ਨੇ। ਕੋਈ ਪੱਥਰਾਂ ਦੀ ਪੂਜਾ ਕਰਦਾ ਹੈ, ਕੋਈ ਮੜੀਆਂ ਉੱਤੇ ਜਾ ਕੇ ਦੀਵੇ ਬਾਲਦਾ ਹੈ। ਮਹਾਰਾਜ ਤੁਸੀਂ ਦੱਸ ਦਿਓ ਅਸੀਂ ਕਿਹਨੂੰ ਮੱਥਾ ਟੇਕੀਏ, ਕਿਉਂਕਿ ਗੁਰਬਾਣੀ ਦੇ ਬਚਨ ਨੇ ਕਿ ਜੋ ਪਾਥਰ ਕੀ ਪਾਈ ਪਾਏ ਤਿਨ ਕੀ ਘਾਲ ਅਜਾਈ ਜਾਏ, ਕਿ ਜਿਹੜਾ ਪੱਥਰਾਂ ਨੂੰ ਪੂਜਦਾ ਮਹਾਰਾਜ ਕਹਿੰਦੇ ਉਹਨਾਂ ਦੀ ਕੀਤੀ ਹੋਈ ਘਾਲ ਕਮਾਈ ਬਿਰਥਾ ਚਲੀ ਜਾਂਦੀ ਹੈ।
ਜੋ ਪਾਥਰ ਕਉ ਕਹਿਤੇ ਦੇਵ, ਤਿਨ ਕੀ ਬਿਰਥਾ ਹੋਵੈ ਸੇਵ। ਜਿਹੜੇ ਪੱਥਰ ਨੂੰ ਦੇਵਤਾ ਆਖਦੇ ਨੇ, ਉਹਨਾਂ ਦੀ ਕੀਤੀ ਹੋਈ ਸੇਵਾ ਵਿਰਥਾ ਚਲੇ ਜਾਂਦੀ, ਕਿਸੇ ਲੇਖੇ ਦੇ ਵਿੱਚ ਨਹੀਂ ਲੱਗਦੀ। ਮਹਾਰਾਜ ਆਪ ਜੀ ਦੀ ਬਾਣੀ ਕਹਿੰਦੀ ਹੈ ਕਿ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜਾ, ਮੜੈ ਮਸਾਨ ਨਾ ਜਾਈ। ਮਹਾਰਾਜ ਐਸੇ ਬਚਨਾਂ ਦੇ ਨਾਲ ਤੁਸੀਂ ਸਿੱਖਾਂ ਨੂੰ ਨਵਾਜਿਆ ਹੈ ਕਿ ਨਾ ਹੀ ਮੜੀਆਂ ਮਸਾਣਾ ਪੂਜਣੀਆਂ ਨੇ, ਫਿਰ ਪੂਜੀਏ ਕਿਹਨੂੰ? ਸੰਸਾਰ ਦੇ ਅੰਦਰ ਐਸਾ ਹੈ ਕੌਣ ਹੈ ਜਿਹਦੀ ਫਿਰ ਅਸੀਂ ਆਰਾਧਨਾ ਕਰ ਸਕੀਏ, ਜੀਵਨ ਸਫਲ ਬਣਾਈਏ? ਕੌਣ ਹੈ ਮਹਾਰਾਜ ਸੰਸਾਰ ਅੰਦਰ ਜਿਹਨੂੰ ਅਸੀਂ ਨਮਸਕਾਰ ਕਰ ਸਕੀਏ? ਦੂਸਰਾ ਸੰਗਤ ਦੀ ਸਵਾਲ ਕੀਤਾ, ਮਹਾਰਾਜ ਇਹ ਵੀ ਦੱਸੋ ਕਿ ਕਿਹਦੀ ਸੇਵਾ ਕੀਤੀ ਫਿਰ ਸਫਲ ਹੁੰਦੀ ਹੈ? ਪੱਥਰਾਂ ਦੀ ਤੁਸੀਂ ਕਹਿ ਦਿੱਤਾ ਸੇਵਾ ਕੀਤੀ, ਕਿਸੇ ਲਾਹੇ ਦੀ ਨਹੀਂ। ਮੜੀਆਂ ਮੱਟਾਂ 'ਤੇ ਜਾ ਕੇ ਬਾਲੇ ਹੋਏ ਦੀਵਿਆਂ ਦੀ ਕਿਸੇ ਤੇ ਤਰ੍ਹਾਂ ਉਹ ਲੇਖੇ ਦੇ ਵਿੱਚ ਨਹੀਂ ਪੈਂਦੀ। ਤੁਸੀਂ ਦੱਸ ਦਿਓ ਮਹਾਰਾਜ, ਕਿਹੜੀ ਸੇਵਾ ਅਤੇ ਕਿਹਨੂੰ ਨਮਸਕਾਰ ਕਰਨੀ ਚਾਹੀਦੀ ਹੈ? ਇੱਦਾਂ ਦੋ ਸਵਾਲ ਸੰਗਤ ਨੇ ਮਹਾਰਾਜ ਜੀ ਨੂੰ ਕੀਤੇ ਨੇ, ਅਤੇ ਉਹ ਸਵਾਲਾਂ ਦਾ ਉੱਤਰ ਦੇਣ ਲੱਗਿਆ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਧਨਾਸਰੀ ਰਾਗ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ 12ਵੇਂ ਘਰ ਸੁਰਤਾਲ ਦੇ ਵਿੱਚ ਪਹਿਲਾ ਮੰਗਲ ਕਰਦਿਆਂ ਸ਼ਬਦ ਨੂੰ ਉਚਾਰਨ ਕਰਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਸ ਪਰਮੇਸ਼ਰ ਦੀ ਵਡਿਆਈ ਨੂੰ ਕਥਨ ਕਰਦਿਆਂ ਹੋਇਆਂ ਮਹਾਰਾਜ ਕਹਿੰਦੇ, ਇੱਕ ਜੋ ਅਦੁੱਤੀ ਅਦਵੈਤ ਸਰੂਪ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ, ਓੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ। ਜਿਸ ਪਰਮੇਸ਼ਰ ਨੇ ਓੰਕਾਰ ਕਹਿ ਕੇ ਇਹ ਸਾਰੀ ਸ੍ਰਿਸ਼ਟੀ ਸੰਗਤ ਜੀ ਪੈਦਾ ਕਰ ਦਿੱਤੀ, ਰਾਤ ਦਿਨ ਬਣਾ ਦਿੱਤੇ, ਉਹ ਕੈਸਾ ਹੈ ਪਰਮੇਸ਼ਰ? ਸਤ ਹੈ, ਨਾਸ਼ ਤੋਂ ਰਹਿਤ, ਜਿਹੜਾ ਤਿੰਨਾਂ ਕਾਲਾਂ ਦੇ ਵਿੱਚ ਸੰਗਤ ਜੀ ਸਤ ਰਹਿਣ ਵਾਲਾ ਹੋਵੇ, ਨਾ ਉਹ ਕੱਟਿਆ ਜਾਵੇ, ਨਾ ਵੱਢਿਆ ਜਾਵੇ, ਨਾ ਆਉਂਦਾ ਅਤੇ ਨਾ ਜਿਹੜਾ ਜਾਂਦਾ ਹੈ। ਇੱਕ ਵਿਦਵਾਨ ਕਹਿੰਦਾ ਹੈ ਕਿ ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਕਿ ਪਰਮੇਸ਼ਰ ਦੀ ਜਿਹੜੀ ਸੱਤਾ ਹੈ ਇਹ ਜ਼ਮੀਨ ਅਤੇ ਆਸਮਾਨ ਦੇ ਵਿੱਚ ਰਹਿੰਦੀ ਹੈ, ਨਾ ਤਾਂ ਕਦੀ ਘਟਦੀ ਅਤੇ ਨਾ ਹੀ ਵੱਧਦੀ ਹੈ, ਇੱਕ ਸਮਾਨ ਰਹਿੰਦੀ। ਅਤੇ ਜਿਹੜੀ ਚੀਜ਼ ਇੱਕ ਸਮਾਨ ਰਹੇ ਉਹਨੂੰ ਸੰਗਤ ਜੀ ਸਤ ਕਿਹਾ ਜਾਂਦਾ ਹੈ। ਇੱਥੇ ਮਹਾਰਾਜ ਕਹਿੰਦੇ ਪਰਮੇਸ਼ਰ ਭਾਈ ਸਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਜਿਹੜਾ ਐਸੇ ਪਰਮੇਸ਼ਰ ਨੂੰ ਚੇਤੇ ਕਰਦਾ ਉਹਦੇ ਹਿਰਦੇ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ। ਜਿਹੜਾ ਐਸੇ ਪਰਮੇਸ਼ਰ ਨੂੰ ਚੇਤੇ ਕਰਦਾ ਸਦਾ ਸੱਚ ਬੋਲਣਾ ਸ਼ੁਰੂ ਕਰ ਦਿੰਦਾ ਹੈ। ਜਾਂ ਜਿਹੜਾ ਐਸੇ ਪਰਮੇਸ਼ਰ ਨੂੰ ਚੇਤੇ ਕਰਦਾ ਉਹਦੀ ਉਪਮਾ ਜਿਹੜੀ ਹੈ ਤਿੰਨਾਂ ਕਾਲਾਂ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿੱਦਾਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਨਿਭਾਈ, ਅਤੇ ਪਹਿਲਾਂ ਵੀ ਸੰਗਤ ਜੀ ਹੁਣ ਤੱਕ ਉਹਨਾਂ ਦਾ ਨਾਂ ਲੈ ਕੇ ਆਪਣਾ ਭਲਾ ਕਰਾਉਂਦੀ ਆਈ ਹੈ ਨਾ, ਅਤੇ ਹੁਣ ਵੀ ਕਰਦੀ ਰਹੀ ਹੈ, ਹੁਣ ਵੀ ਕਰਦੀ ਹੈ ਸੰਗਤ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਨੂੰ ਲੈ ਕੇ ਲੋਕ ਤਰਿਆ ਕਰਨਗੇ। ਐਸੀਆਂ ਵਡਿਆਈਆਂ ਉਹ ਵੀ ਪ੍ਰਾਪਤ ਕਰ ਲੈਂਦੇ ਜਿਹੜੇ ਪਰਮੇਸ਼ਰ ਸਰੂਪ ਸਤਿਗੁਰਾਂ ਜੀ ਦੇ ਜਿਨ੍ਹਾਂ ਨੇ ਦਰਸ਼ਨ ਕਰ ਲਏ ਜਾਂ ਜਿਨ੍ਹਾਂ ਨੇ ਸੇਵਾ ਕੀਤੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਐਸੇ ਪਰਮੇਸ਼ਰ ਦੀ ਆਰਾਧਨਾ ਕਰਨ ਦੇ ਨਾਲ ਅਗਿਆਨ ਰੂਪੀ ਜਿਹੜਾ ਹਨੇਰਾ ਉਹ ਚੱਕਿਆ ਜਾਂਦਾ ਹੈ ਅਤੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਅਤੇ ਪ੍ਰਸਾਦ ਉਹਨਾਂ ਦੇ ਹਿਰਦਿਆਂ ਦੇ ਅੰਦਰ ਸਦਾ ਖੇੜਾ ਆਨੰਦ ਬਣਿਆ ਰਹਿੰਦਾ ਹੈ। ਇੱਦਾਂ ਪਰਮੇਸ਼ਰ ਦੀ ਵਡਿਆਈ ਨੂੰ ਕਥਨ ਕਰਕੇ ਸ਼ਬਦ ਨੂੰ ਉਚਾਰਨ ਕੀਤਾ ਹੈ। ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ। ਹੁਣ ਸਿੱਖਾਂ ਨੇ ਜੋ ਸਵਾਲ ਕੀਤੇ ਸੀ ਮਹਾਰਾਜ ਕਿ ਨਮਸਕਾਰ ਕਿਹਨੂੰ ਕਰੀਏ? ਤੁਸੀਂ ਕਿਹਾ ਕਿ ਮੜੀਆਂ ਮੱਟਾਂ ਨੂੰ ਨਹੀਂ ਪੂਜਣਾ, ਦੇਵੀ ਦੇਵਤਿਆਂ ਦੀ ਆਰਾਧਨਾ ਨਹੀਂ ਕਰਨੀ, ਕਿਉਂਕਿ ਦਸਮ ਦੀ ਬਾਣੀ ਅੰਦਰ ਮਹਾਰਾਜ ਜੀ ਕਹਿੰਦੇ ਨੇ ਏਕ ਸਿਵ ਭਏ ਏਕ ਗਏ ਏਕ ਫੇਰ ਭਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬ੍ਰਹਮਾ ਅਰ ਵਿਸ਼ਨ ਕੇਤੇ ਵੇਦ ਔ ਪੁਰਾਣ ਕੇਤੇ, ਸਿਮਰਤ ਸਮੂਹਨ ਕੇ ਹੋਏ ਹੋਏ ਬਿਤਾਏ ਹੈ।
ਇੱਦਾਂ ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੀ ਵਾਰ ਇਹ ਦੇਵਤੇ ਸੰਸਾਰ ਦੇ ਅੰਦਰ ਆਏ ਤੇ ਫਿਰ ਇੱਥੋਂ ਚਲੇ ਗਏ ਨੇ। ਤੇ ਕਿਹੜੇ ਬ੍ਰਹਮੇ ਦੀ ਫਿਰ ਸੰਗਤ ਦੀ ਪੂਜਾ ਕਰੀਏ? ਬ੍ਰਹਮੇ ਹੈ ਹੀ ਬਹੁਤ ਜ਼ਿਆਦੇ ਨੇ, ਕਰੋੜ ਬ੍ਰਹਮਾ ਜਗ ਸਾਜਣ ਲਾਏ, ਗੁਰਬਾਣੀ ਦੇ ਬਚਨ ਨੇ। ਮਹਾਰਾਜ ਤੁਸੀਂ ਕਹਿ ਦਿੱਤਾ ਇਹਨਾਂ ਦੇਵੀ ਦੇਵਤਿਆਂ ਨੂੰ ਨਹੀਂ ਪੂਜਣਾ, ਇਹ ਵੀ ਆਪਣੀ ਹੀ ਪੂਜਾ ਦੇ ਵਿੱਚ ਲੱਗੇ ਹੋਏ, ਸੰਸਾਰ ਤੋਂ ਆਪਣੀ ਅਰਾਧਨਾ ਕਰਾਉਣੀ ਚਾਹੁੰਦੇ ਨੇ, ਇਹ ਵੀ ਹੰਕਾਰੀ ਹੋ ਚੁੱਕੇ। ਫਿਰ ਮਹਾਰਾਜ ਕਿਹਨੂੰ ਨਮਸਕਾਰ ਕਰੀਏ? ਉਹਦੇ ਪਰਥਾਏ ਮਹਾਰਾਜ ਜੀ ਨੇ ਪਹਿਲਾ ਉੱਤਰ ਕਥਨ ਕੀਤਾ ਕਿ ਬੰਦਨਾ ਗੋਪਾਲ ਰਾਏ। ਗੋ ਕਹਿੰਦੇ ਪ੍ਰਿਥਵੀ ਤੇ ਪਾਲ ਜਿਹੜਾ ਪਾਲਣ ਵਾਲਾ ਹੋਵੇ ਪਰਮੇਸ਼ਰ, ਜਿਹੜਾ ਸਾਰਿਆਂ ਦੇ ਰਾਜਾ ਸਰੂਪ ਪਰਮੇਸ਼ਰ ਹੈ, ਸਾਰਿਆਂ ਤੋਂ ਵੱਡਾ ਰਾਜਾ ਹੈ। ਮਹਾਰਾਜ ਕਹਿੰਦੇ ਬੰਦਨਾ ਗੋਪਾਲ ਰਾਏ, ਉਸ ਗੋਪਾਲ ਪਰਮੇਸ਼ਰ ਨੂੰ ਹੀ ਨਮਸਕਾਰ ਕਰਨੀ ਚਾਹੀਦੀ ਹੈ, ਹੋਰ ਕਿਸੇ ਨੂੰ ਨਹੀਂ, ਹੋਰ ਕਿਸੇ ਦੇਵੀ ਦੇਵਤੇ ਨੂੰ ਨਹੀਂ ਸਿੱਖ ਨੇ ਪੂਜਣਾ। ਹਾਂ ਇਹ ਵੀ ਗੱਲ ਹੈ ਸੰਗਤ ਜੀ, ਜਿਨ੍ਹਾਂ ਦਾ ਧਰਮ ਹੈ ਹਿੰਦੂ ਧਰਮ ਦੇ ਲੋਕ ਉਹ ਪੂਜੀ ਜਾਣ, ਸਾਨੂੰ ਕੋਈ ਉਹਨਾਂ ਦਾ ਦੁੱਖ ਨਹੀਂ ਹੈ। ਪਰ ਜੇ ਸਿੱਖ ਹੋ ਕੇ ਐਸੇ ਕਰਮ ਕਰਦੇ ਫਿਰ ਸੰਗਤ ਜੀ ਸਾਡੇ ਵਾਸਤੇ ਇਹ ਮਾੜੀਆਂ ਗੱਲਾਂ ਨੇ। ਜੇ ਈਸਾਈ ਨੇ ਉਹ ਸੰਗਤ ਜੀ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣ, ਜਿਹੜੇ ਕੁਝ ਹੋਰ ਲੋਕ ਨੇ ਮੁਸਲਿਮ ਹੋ ਗਏ ਉਹ ਆਪਣੇ ਪੈਗੰਬਰਾਂ ਨੂੰ ਪੂਜਣ, ਕੋਈ ਮਨਾਹੀ ਨਹੀਂ। ਪਰ ਜੇ ਆਪਣੇ ਧਰਮ ਤੋਂ ਟੁੱਟ ਕੇ ਦੂਸਰੇ ਧਰਮ ਦੇ ਵੱਲ ਜਾਣਾ, ਇਹ ਕਹਿ ਲਈਏ ਕਿ ਪਿਓ ਨੂੰ ਛੱਡ ਕੇ ਚਾਚੇ ਦੀ ਸੇਵਾ ਕਰੀ ਜਾਵੇ ਤੇ ਮਿਲਦਾ ਕੁਝ ਨਹੀਂ। ਚਾਚਾ ਫਿਰ ਸੰਗਤ ਜੀ ਆਪਣੇ ਪੁੱਤਰਾਂ ਦਾ ਹੱਕ ਥੋੜ੍ਹੀ ਦੇ ਦਿੰਦਾ ਆਪਣੇ ਭਰਾ ਦੇ ਪੁੱਤਰ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਆਪਣੇ ਧਰਮ ਦੇ ਵਿੱਚ ਸਿੱਖੋ, ਪਰਪੱਕ ਰਹਿਣਾ। ਉਸ ਪਰਮੇਸ਼ਰ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੀ ਹੀ ਆਰਾਧਨਾ ਕਰਨੀ ਹੈ, ਜਾਂ ਉਹਨਾਂ ਦੇ ਬੰਦਨਾ, ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕਰੋ। ਫਿਰ ਜਦੋਂ ਸੰਗਤ ਜੀ ਕੁਝ ਸਵਾਲ ਜਵਾਬ ਹੋਣ, ਫਿਰ ਉਹਨਾਂ ਸਵਾਲਾਂ ਜਵਾਬਾਂ ਦੇ ਵਿੱਚੋਂ ਹੋਰ ਵੀ ਕਈ ਸਵਾਲ ਜਿਹੜੇ ਉਹ ਜਨਮ ਲੈ ਲੈਂਦੇ ਨੇ। ਸਿੱਖਾਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਜੇ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ 'ਤੇ ਨਮਸਕਾਰ ਕਰਾਂਗੇ ਕੀ ਹੋਵੇਗਾ? ਹੁਣ ਸਾਡੇ ਹੀ ਮਨ ਦੇ ਅੰਦਰ ਐਸੇ ਖਿਆਲ ਆਉਣੇ ਨੇ ਕਿ ਕੀ ਕੁਝ ਮਿਲ ਸਕਦਾ ਹੈ, ਕੀ ਹੋ ਸਕਦਾ ਹੈ। ਮਹਾਰਾਜ ਕਹਿੰਦੇ ਹੁਣ ਤੁਸੀਂ ਇਹ ਵੀ ਗੱਲ ਦਾ ਹੁਣੇ ਉੱਤਰ ਪਹਿਲਾਂ ਹੀ ਨਾਲ ਹੀ ਲੈ ਲਓ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ 'ਤੇ ਜਾਂ ਪਰਮੇਸ਼ਰ ਦੇ ਅਕਾਲ ਪੁਰਖ ਦੇ ਚਰਨਾਂ 'ਤੇ ਨਮਸਕਾਰ ਕੀਤੀ, ਬੰਦ ਨਾ, ਉਹਨਾਂ ਦੇ ਇੱਕ ਵਾਰ ਨਮਸਕਾਰ ਕਰਨ ਦੇ ਨਾਲ ਜਮਾਂ ਦੇ ਬੰਧਨ ਨਹੀਂ ਪੈਂਦੇ। ਇੱਕ ਵਾਰ ਨਮਸਕਾਰ ਕਰਨ ਦੇ ਨਾਲ ਵਿਸ਼ਿਆਂ ਰੂਪੀ ਬੰਧਨ ਨਹੀਂ ਜੀਵਨ ਦੇ ਅੰਦਰ ਪੈਂਦੇ। ਜਿਨ੍ਹਾਂ ਨੇ ਇੱਕ ਵਾਰ ਨਮਸਕਾਰ ਕਰ ਦਿੱਤੀ, ਬੰਦ ਨਾ, ਬਾਹਰੀ ਤੌਰ 'ਤੇ ਸੰਸਾਰ ਦੇ ਅੰਦਰ ਵਿਚਰਦਿਆਂ ਉਹਨਾਂ ਦੇ ਕੋਰਟ ਕਚਹਿਰੀਆਂ ਦੇ ਬੰਧਨ ਨਹੀਂ ਪੈਂਦੇ। ਫਿਰ ਬੰਦ ਨਾ, ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨਾਂ 'ਤੇ ਨਮਸਕਾਰ ਕੀਤੀ ਉਹਨਾਂ ਦੇ ਸਰੀਰ ਨੂੰ ਸੰਗਤ 'ਚ ਹੀ ਕੋਈ ਬੰਧਨ ਨਹੀਂ ਪੈਂਦਾ। ਐਸੇ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰਦਿਆਂ ਹੋਇਆਂ ਮਹਾਰਾਜ ਕਹਿੰਦੇ ਦੇਖੋ ਸੰਗਤ ਜੀ ਇੰਨੀ ਵਡਿਆਈ ਹੈ ਪਰਮੇਸ਼ਰ ਦੇ ਚਰਨਾਂ 'ਤੇ ਨਮਸਕਾਰ ਕਰਨ ਦੀ। ਜਿਹਨੇ ਇੱਕ ਵਾਰ ਨਮਸਕਾਰ ਕਰ ਦਿੱਤੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਫਿਰ ਅੱਗੇ ਸੰਗਤ ਜੀ ਦੱਸਦੇ ਗੁਣ ਗਾਵਹੁ। ਇੱਕ ਪੁੱਛਿਆ ਸੀ ਨਾ ਮਹਾਰਾਜ ਕਿਹਦੇ ਗੁਣਾਂ ਨੂੰ ਉਚਾਰਨ ਕਰੀਏ? ਫਿਰ ਮਹਾਰਾਜ ਕਹਿੰਦੇ ਗੁਣ ਗਾਵਹੁ ਗੋਪਾਲ ਰਾਏ। ਉਸ ਪਰਮੇਸ਼ਰ ਦੇ ਹੀ ਗੁਣ ਗਾਉਣੇ ਚਾਹੀਦੇ ਨੇ, ਉਸੇ ਪਰਮੇਸ਼ਰ ਦੀ ਵਡਿਆਈ ਕਥਨ ਕਰਨੀ ਚਾਹੀਦੀ ਹੈ। ਇਹ ਨਹੀਂ ਕਿ ਮੱਥਾ ਅਕਾਲ ਪੁਰਖ ਪਰਮੇਸ਼ਰ ਨੂੰ ਟੇਕ ਦਿੱਤਾ ਅਤੇ ਬਾਅਦ ਦੇ ਵਿੱਚ ਵਡਿਆਈ ਹੋਰ ਕਿਸੇ ਦੀ ਕਰੀ ਗਏ, ਇੱਦਾਂ ਨਹੀਂ। ਵਡਿਆਈ ਵੀ ਪਰਮੇਸ਼ਰ ਦੀ ਹੀ ਕਰਨੀ ਹੈ। ਇਹ ਸ਼ਬਦ ਦੇ ਨਾਲ ਦੁਆਰਾ ਸੰਗਤ ਜੀ ਉਹਨਾਂ ਦੇ ਸਵਾਲਾਂ ਦਾ ਮਹਾਰਾਜ ਜੀ ਨੇ ਉੱਤਰ ਦਿੱਤਾ। ਹੋਰ ਵੀ ਅੱਗੇ ਵਡਿਆਈ ਦੱਸਦੇ ਰਹਾਓ, ਵਿਸ਼ਰਾਮ ਦੇ ਕੇ ਕਥਨ ਕਰਦੇ ਨੇ। ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਮਹਾਰਾਜ ਕਹਿੰਦੇ ਭਾਈ ਐਸੀ ਜਿਹੜੀ ਵਡਿਆਈ ਹੈ ਨਾ ਸੰਸਾਰ ਦੇ ਅੰਦਰ ਵੱਡਿਆਂ ਭਾਗਾਂ ਵਾਲਿਆਂ ਨੂੰ ਹੀ ਪ੍ਰਾਪਤ ਹੁੰਦੀ ਹੈ। ਨਹੀਂ ਤੇ ਸੰਸਾਰ ਅੰਦਰ ਐਸੇ ਐਸੇ ਲੋਕ ਨੇ ਜਿਹੜੇ ਸਿੱਧੇ ਰਸਤੇ 'ਤੇ ਚੱਲਣ ਵਾਸਤੇ ਰਾਜ਼ੀ ਨਹੀਂ ਹੁੰਦੇ। ਕਈਆਂ ਨੂੰ ਸੰਗਤ ਜੀ ਕਹੀਦਾ ਹੈ ਕਿ ਭਾਈ ਇੱਦਾਂ ਕਰਿਆ ਕਰੋ ਗੁਰੂ ਘਰ ਦੇ ਵਿੱਚ ਆਣ ਕੇ, ਜਾਂ ਇੱਦਾਂ ਗੁਰੂ ਘਰ ਜਾਣਾ ਚਾਹੀਦਾ, ਹੋਰ ਕਿਤੇ ਨਹੀਂ ਜਾਣਾ ਚਾਹੀਦਾ ਸਿੱਖ ਨੂੰ। ਉਹ ਸੰਗਤ ਜੀ ਸੁਣਦੇ ਜ਼ਰੂਰ ਨੇ ਪਰ ਫਿਰ ਉਹ ਇੱਕ ਕੰਨੀ ਸੁਣੀ ਅਤੇ ਦੂਸਰੀ ਕੰਨੀ ਬਾਹਰ। ਵਾਂਸ ਵਾਲਾ ਹਿਸਾਬ ਹੈ ਕਿ ਇੱਕ ਬੰਨੇ ਫੂਕ ਮਾਰੀ ਦੂਸਰੇ ਬੰਨੇ ਬਾਹਰ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਉਹਨਾਂ ਦੀ ਬਿਰਤੀ ਬਣ ਜਾਂਦੀ। ਪਰ ਜਿਹੜੇ ਐਸੇ ਲੋਕ ਹੁੰਦੇ ਨੇ ਨਾ
ਉਹ ਸੰਗਤ ਜੀ ਫਿਰ ਸੰਸਾਰ ਅੰਦਰ ਤਰੱਕੀ ਕੋਈ ਨਹੀਂ ਕਰਦੇ। ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਵਾਲੇ ਹੁੰਦੇ ਭੇਟੇ ਗੁਰਦੇਵਾ, ਜਿਨ੍ਹਾਂ ਨੂੰ ਭੇਟੇ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਚੰਗਾ ਗੁਰੂਦੇਵ ਸੱਚਾ ਪਰਮੇਸ਼ਰ ਜਿਨ੍ਹਾਂ ਨੂੰ, ਜਾਂ ਵੱਡਾ ਭਾਗ, ਵੱਡਿਆਂ ਭਾਗਾਂ ਵਾਲਿਆਂ ਨੂੰ ਐਸੀ ਦਾਤ ਪ੍ਰਾਪਤ ਹੁੰਦੀ, ਜਾਂ ਜਿਨ੍ਹਾਂ ਨੂੰ ਗੁਰੂ ਮਿਲ ਗਿਆ ਵੱਡੇ ਭਾਗਾਂ ਦੇ ਦੁਆਰਾ ਹੀ ਉਹ ਪਰਮੇਸ਼ਰ ਨੂੰ ਨਮਸਕਾਰ ਕਰਦੇ ਨੇ। ਫਿਰ ਜਦੋਂ ਗੁਰੂ ਦੀ ਪ੍ਰਾਪਤੀ ਹੋ ਗਈ, ਗੁਰੂ ਦੇ ਕੋਲ ਰਹਿ ਕੇ ਸੇਵਾ ਕੀਤੀ, ਉਸ ਸਮੇਂ ਕੀ ਖੇਡ ਵਾਪਰਦੀ ਹੈ। ਮਹਾਰਾਜ ਕਹਿੰਦੇ ਕੋਟ ਅਪਰਾਧ ਮਿਟੇ ਹਰ ਸੇਵਾ। ਪਰਮੇਸ਼ਰ ਦੀ ਸੇਵਾ ਕਰਨ ਦੇ ਨਾਲ, ਗੁਰੂ ਦੀ ਸੇਵਾ ਕਰਨ ਦੇ ਨਾਲ ਕਰੋੜਾਂ ਹੀ ਪਾਪ ਕੀਤੇ ਹੋਏ ਨਾਸ਼ ਹੋ ਜਾਂਦੇ ਨੇ। ਹੁਣ ਮਤਾ ਕੋਈ ਸੰਸਾਰ ਅੰਦਰ ਜਾਣੇ ਕਿ ਅਸੀਂ ਪਾਪ ਨਹੀਂ ਕਰਦੇ, ਨਿੱਕਾ ਨਿੱਕਾ ਕੰਮ ਕਰਦੇ ਹਾਂ ਘਰ ਦੇ ਅੰਦਰ। ਗੁਰੂ ਘਰ ਦੇ ਵਿੱਚ ਆਉਂਦਿਆਂ ਸੰਗਤ ਜੀ ਸੂਖਮ ਭੁੱਲਾਂ ਹੁੰਦੀਆਂ, ਜਿਹਦੇ ਵਿੱਚ ਅਨੇਕਾਂ ਪਾਪ ਕਰ ਬੈਠਦੇ ਹਾਂ। ਸਰੀਰ ਦੇ ਨਾਲ ਆਪਾਂ ਨਹੀਂ ਕੀਤਾ ਮੰਨ ਲਓ ਪਾਪ, ਕਿਸੇ ਨੂੰ ਮਾਰਿਆ ਨਹੀਂ, ਕਿਸੇ ਨੂੰ ਕੁੱਟਿਆ ਨਹੀਂ, ਦੁੱਖ ਨਹੀਂ ਦਿੱਤਾ, ਪਰ ਕਿਸੇ ਵੇਲੇ ਬੋਲਾਂ ਦੇ ਕਰਕੇ ਆਪਾਂ ਦੁੱਖ ਦੇ ਦਿੰਦੇ ਹਾਂ। ਕਿਸੇ ਨੂੰ ਬੋਲ ਹੀ ਐਸੇ ਬੋਲ ਦਿੱਤੇ ਜਿਹਦੇ ਕਰਕੇ ਅਗਲੇ ਦੀ ਸੰਗਤ ਦੀ ਉਸੇ ਸਮੇਂ ਮੌਤ ਹੀ ਹੋ ਜਾਂਦੀ ਹੈ। ਮੌਤਾਂ ਜਿਹੜੀਆਂ ਕਿਸੇ ਵੇਲੇ ਹੁੰਦੀਆਂ ਨੇ ਨਾ, ਘਰ ਦੇ ਕੁਝ ਉਹ ਵੈਸੇ ਬਚਨ ਬੋਲ ਦੇਣ ਜਿਹਦੇ ਕਰਕੇ ਮਨ ਦੁਖੀ ਹੋ ਜਾਵੇ, ਅਤੇ ਲੋਕ ਸੰਗਤ ਦੀ ਫਿਰ ਆਤਮ ਹੱਤਿਆ ਵੀ ਕਰ ਲੈਂਦੇ ਨੇ ਨਾ। ਇਸ ਕਰਕੇ ਕਿਸੇ ਵੇਲੇ ਆਪਾਂ ਬੋਲਾਂ ਦੇ ਨਾਲ ਕਿਸੇ ਨੂੰ ਮਾੜਾ ਕਹਿ ਦਿੰਦੇ ਹਾਂ, ਪਰ ਕਦੀ ਇਹ ਦੋਵੇਂ ਸਾਧਨ ਨਹੀਂ ਬਣਦੇ, ਨਾ ਤੇ ਸਰੀਰ ਕਰਕੇ ਅਤੇ ਨਾ ਤੇ ਬੋਲਾਂ ਕਰਕੇ। ਫਿਰ ਤੀਸਰਾ ਕਾਰਨ ਕੀ ਬਣਦਾ ਹੈ, ਆਪਾਂ ਮਨ ਦੇ ਅੰਦਰ ਸੋਚੀ ਜਾਂਦੇ ਉਹਦੇ ਪ੍ਰਤੀ ਕਿ ਨਹੀਂ ਇਹ ਚੰਗਾ ਨਹੀਂ, ਉਹ ਹੈ ਜੇ ਹੈ, ਉਹਦੇ ਨਾਲ ਵੀ ਸੰਗਤ ਜੀ ਇਹ ਜਿਹੜੀ ਖੇਡ ਹੈ ਨਾ ਉਹ ਵਾਪਰਦੀ ਨਹੀਂ। ਭਾਵ ਕਿ ਇਹ ਪਾਪ ਕਰਮ ਬਣ ਜਾਂਦਾ ਹੈ। 3 ਪ੍ਰਕਾਰ ਦੇ ਕਰਮ ਵਿਦਵਾਨਾਂ ਨੇ ਕਥਨ ਕੀਤੇ ਨੇ। ਜੇ ਗੂੜ ਮਤਾਂ ਦੇ ਗ੍ਰੰਥਾਂ ਨੂੰ ਪੜ੍ਹਦੇ ਆ ਨਾ, ਉਹ ਦੱਸਦੇ ਕਿ ਇੱਕ ਹੁੰਦੇ ਨੇ ਸੰਚਿਤ ਕਰਮ, ਇੱਕ ਹੁੰਦੇ ਕਿਰੇਮਾਨ, ਇੱਕ ਹੁੰਦੇ ਪਰਾਲਬਧ। ਇਹ 3 ਪ੍ਰਕਾਰ ਦੇ ਕਰਮ ਹੁੰਦੇ ਨੇ, ਅਤੇ ਇਹਨਾਂ ਦੇ ਦੁਆਰਾ ਹੀ ਸੰਗਤ ਦੀ ਸਾਰੀ ਜਿਹੜੀ ਸ੍ਰਿਸ਼ਟੀ ਹੈ ਵਾਰ-ਵਾਰ ਜੰਮਦੀ ਬਣਦੀ ਫਿਰ ਖਤਮ ਹੋ ਜਾਂਦੀ, ਜੰਮਦੀ ਬਣਦੀ ਫਿਰ ਖਤਮ ਹੋ ਜਾਂਦੀ। ਜਿੰਨੇ ਸੰਸਾਰ ਦੇ ਜੀਵ ਜੰਤੂ ਨੇ ਇਹ ਜੰਮਦੇ ਮਰਦੇ ਆਉਂਦੇ ਜਾਂਦੇ ਰਹਿੰਦੇ, ਇਹ ਸਾਰੇ 3 ਗੁਣਾਂ ਦੇ ਕਰਕੇ, ਜਿਹੜੇ ਇਹ 3 ਕਰਮ ਨੇ ਨਾ 3 ਪ੍ਰਕਾਰ ਦੇ, ਇਹਨਾਂ ਦੇ ਕਰਕੇ ਆਪਾਂ ਵੀ ਇਹਨਾਂ ਦੇ ਕਰਕੇ ਸੰਸਾਰ ਅੰਦਰ ਆਏ। ਸਾਡੀ ਪਰਾਲਬਧ ਦੇ ਅੰਦਰ ਜਿਹੜੀਆਂ ਵਸਤੂਆਂ ਸਾਨੂੰ ਮਿਲਣੀਆਂ ਸੀ ਉਹ ਮਿਲ ਗਈਆਂ। ਫਿਰ ਜਿਹੜੇ ਕਿਰੇਮਾਨ ਕਰਮ ਕਿਸੇ ਵੇਲੇ ਆਪਾਂ ਸੰਗਤ ਦੀ ਮਾੜੇ ਕਰ ਬੈਠਦੇ ਹਾਂ। ਹੁਣ ਕਿਸੇ ਵੇਲੇ ਇਹ ਸਾਡੇ ਮਨ ਦੇ ਖਿਆਲ ਹੁੰਦੇ ਕਿ ਦੇਖੋ ਸਾਰਾ ਕੁਝ ਪਰਮੇਸ਼ਰ ਦੇ ਹੱਥ ਦੇ ਵਿੱਚ ਹੈ ਅਤੇ ਉਹੀ ਸਾਰਾ ਕੁਝ ਕਰਵਾਉਂਦਾ ਹੈ ਵੀ ਇਸੇ ਤਰ੍ਹਾਂ ਹੀ ਹੈ, ਉਹਦੇ ਤੋਂ ਬਿਨਾਂ ਪਤਾ ਨਹੀਂ ਹਿਲਦਾ। ਪਰ ਹੁੰਦਾ ਕੀ ਸੰਗਤ ਦੀ, ਇੱਕ ਅਨੋਖੀ ਵਿੱਚ ਇਹਨਾਂ ਨੇ ਖੇਡ ਬਣਾਈ ਹੋਈ ਹੈ ਵਿਦਾਂਤ ਮਤ ਵਾਲਿਆਂ ਨੇ। ਉਹ ਇਹ ਕਹਿ ਦਿੰਦੇ ਨੇ ਕਿ ਜਿਹੜਾ ਕਿਰੇਮਾਨ ਕਰਮ ਹੈ ਸੰਗਤ ਜੀ ਉਹ ਆਪਣੇ ਹੱਥ ਦੇ ਵਿੱਚ ਹੀ ਹੈ। ਹੁਣ ਮੰਨ ਲਓ ਕਿ ਮੇਰੇ ਹੱਥ ਦੇ ਵਿੱਚ ਸੰਗਤ ਜੀ ਕੋਈ ਐਸੀ ਵਸਤੂ, ਤਿੱਖਾ ਹਥਿਆਰ ਹੈ, ਕੋਈ ਸਾਹਮਣੇ ਮੇਰੇ ਬੈਠਾ ਹੈ, ਜੇ ਮੈਂ ਉਹਦੇ ਮਾਰ ਦਿੱਤਾ ਜਾਂ ਅਜੇ ਨਹੀਂ ਮਾਰਿਆ, ਆਪਣੇ ਮਨ ਨੂੰ ਸਮਝਾ ਲਿਆ ਕਿ ਨਹੀਂ ਭਾਈ ਮਾਰਨਾ, ਸੱਟ ਲੱਗ ਜਾਵੇਗੀ ਕਿਸੇ ਦੇ, ਜੇ ਮਾਰ ਦਿੱਤਾ ਉਹ ਕਿਰੇਮਾਨ ਕਰਮ ਬਣ ਜਾਂਦਾ, ਭਾਵ ਕਿ ਉਹਦਾ ਲੇਖਾ ਦੇਣਾ ਪੈਂਦਾ। ਅਤੇ ਜੇ ਨਹੀਂ ਮਾਰਿਆ, ਅਜੇ ਮਨ ਦੇ ਅੰਦਰ ਵਿਚਾਰ ਧਾਰ ਲਈ ਕਿ ਨਹੀਂ ਭਾਈ ਇੱਦਾਂ ਨਹੀਂ ਕਰਨਾ, ਪਾਪ ਹੋ ਜਾਵੇਗਾ, ਫਿਰ ਸੰਗਤ ਜੀ ਉਹ ਕਿਰੇਮਾਨ ਕਰਮ ਤੋਂ ਆਪਾਂ ਬਚ ਜਾਂਦੇ। ਇਸ ਕਰਕੇ ਕਿਰੇਮਾਨ ਕਰਮ ਸਾਡੇ ਹੱਥ ਦੇ ਵਿੱਚ ਹੁੰਦਾ। ਅਤੇ ਕਿਸੇ ਵੇਲੇ ਆਪਾਂ ਆਪ ਸੰਗਤ ਜੀ ਮਾੜਾ ਕਰਮ ਕਰਕੇ ਫਿਰ ਕਹਿ ਦਿੰਦੇ ਆ ਕਿ ਇਹ ਪਰਮੇਸ਼ਰ ਦੇ ਭਾਣੇ ਅੰਦਰ ਇਸੇ ਤਰ੍ਹਾਂ ਹੀ ਹੈ, ਖੇਡ ਮੰਨਣੀ ਪਵੇਗੀ, ਹੁੰਦਾ ਇਸੇ ਤਰ੍ਹਾਂ ਹੀ ਹੈ। ਪਰ ਕੁਝ ਕਰਮ ਫਿਰ ਸੰਗਤ ਜੀ ਮਨੁੱਖਾਂ ਦੇ ਹੀ ਮਹਾਰਾਜ ਨੇ ਦਿੱਤੀ ਕਿਉਂ ਹੈ, ਫਿਰ ਤੇ ਲੋੜ ਹੀ ਨਹੀਂ ਸੀ ਨਾ। ਕਿਉਂ ਮਹਾਰਾਜ ਜੀ ਨੇ ਗੁਰਬਾਣੀ ਅੰਦਰ ਕਿਹਾ ਸਿੱਖੋ ਮਾੜੇ ਕਰਮ ਛੱਡ ਦਿਓ, ਚੰਗੇ ਰਸਤੇ 'ਤੇ ਚੱਲੋ, ਜੀਵਨ ਨੂੰ ਸਫਲ ਬਣਾਓ। ਫਿਰ ਤੇ ਕਹਿਣ ਦੀ ਲੋੜ ਨਹੀਂ ਸੀ ਬਣਨੀ। ਫਿਰ ਮਹਾਰਾਜ ਜੀ ਨੂੰ ਗੁਰਬਾਣੀ ਉਚਾਰਨ ਦੀ ਕੀ ਲੋੜ ਸੀ, ਕਿਉਂਕਿ ਇਹ ਕਿਰੇਮਾਨ ਸੰਗਤ ਜੀ ਕਰਮ ਸਾਡੇ ਹੱਥ ਦੇ ਵਿੱਚ ਹੈ। ਇਹਨੂੰ ਜਿੱਦਾਂ ਵੀ ਕਰਾਂਗੇ ਉਸੇ ਤਰ੍ਹਾਂ ਆਪਾਂ ਨੂੰ ਫਲ ਮਿਲਣਾ। ਇਹ ਕਿਰੇਮਾਨ ਕਰਮ ਐਸਾ ਹੈ, ਇਹਦੇ ਦੁਆਰਾ ਹੀ ਸੰਚਿਤ ਕਰਮ ਬਣਦੇ ਨੇ। ਸੰਚਿਤ ਕਰਮ ਫਿਰ ਪਰਾਲਬਧ ਦੇ ਦੁਆਰਾ ਸਾਨੂੰ ਫਲ ਦਿੰਦੇ। ਕਿਸੇ ਵੇਲੇ ਆਪਾਂ ਸੰਗਤ ਦੀ ਮਾੜਾ ਕਰਮ ਥੋੜ੍ਹਾ ਕੀਤਾ ਹੁੰਦਾ, ਪਰ ਉਹਦਾ ਭੁਗਤਾਨ ਸਾਨੂੰ ਬੜਾ ਵੱਡਾ ਦੇਣਾ ਪੈਂਦਾ। ਉਹਦਾ ਕੀ ਕਾਰਨ ਹੈ ਕਿ ਸਾਡੇ ਜਿਹੜੇ ਸੰਚਿਤ ਕਰਮ ਇਕੱਤਰ ਹੋਏ ਹੁੰਦੇ ਨੇ ਨਾ ਪਹਿਲਾਂ ਮਾੜੇ, ਉਹਨਾਂ ਨੂੰ ਕਿਤੇ ਰਾਹ ਨਹੀਂ ਪਹਿਲਾਂ ਮਿਲਦਾ।
ਤਰੱਕੀ ਬੜੀ ਹੋ ਜਾਂਦੀ ਸੰਸਾਰ ਅੰਦਰ। ਆਪਾਂ ਜ਼ਿਮੀਂਦਾਰ ਸਾਰੇ ਬੈਠੇ ਹੋਏ ਆ, ਉਹਦੀ ਉਦਾਹਰਨ ਸੁਣ ਲੈਂਦੇ। ਇੱਕ ਜ਼ਿਮੀਂਦਾਰਾਂ ਵਾਲੀ ਹੀ ਮੰਨ ਲਓ ਕਿ ਖਾਲ ਸੰਗਤ ਜੀ ਪਾਣੀ ਦੇ ਨਾਲ ਭਰਿਆ ਹੈ, ਅਤੇ ਜੇ ਉਹਦੇ ਵਿੱਚ ਨਿੱਕੀ ਜਿਹੀ ਕੋਈ ਝੀਤ ਬਣ ਜਾਵੇ, ਕੋਈ ਸ਼ਰਾਖ ਨਿਕਲ ਜਾਵੇ, ਮੋਰੀ ਪੈ ਜਾਵੇ, ਚੂਹੇ ਆਦਿ ਕੱਢ ਦਿੰਦੇ ਨੇ, ਕੀ ਹੁੰਦਾ ਹੈ ਕਿ ਖਾਲ ਦਾ ਸਾਰਾ ਪਾਣੀ ਸੰਗਤ ਜੀ ਉੱਧਰ ਨੂੰ ਰੁੜਨਾ ਸ਼ੁਰੂ ਹੋ ਜਾਂਦਾ ਹੈ, ਅਤੇ ਉਹ ਹੌਲੀ ਹੌਲੀ ਉਹ ਰਸਤਾ ਵੀ ਉਹਦਾ ਵੱਡਾ ਹੋ ਜਾਂਦਾ, ਮਿੱਟੀ ਖੁਰ ਕੇ ਸਾਰੀ ਅੱਗੇ ਚਲੇ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਜਿਹੜੇ ਕਰਮ ਨੇ ਨਾ, ਇਸੇ ਤਰ੍ਹਾਂ ਕਿਸੇ ਵੇਲੇ ਉਹ ਕੰਮ ਕਰਦੇ। ਜਦੋਂ ਕਿਤੇ ਆਪਾਂ ਮਾੜਾ ਕਰਮ ਕਰ ਬੈਠਦੇ ਹਾਂ, ਉਹ ਬਾਕੀ ਜਿਹੜੇ ਪਿੱਛੇ ਮਾੜੇ ਕਰਮ ਕੀਤੇ ਹੁੰਦੇ, ਸਾਡੇ ਜੁੜੇ ਹੁੰਦੇ, ਉਹਨਾਂ ਨੂੰ ਵੀ ਰਾਹ ਮਿਲ ਜਾਂਦਾ। ਉਹ ਕਹਿੰਦੇ ਚੱਲ ਹੁਣ ਸਾਨੂੰ ਵੀ ਰਾਹ ਮਿਲਿਆ ਅਤੇ ਆਪਾਂ ਵੀ ਲੰਘ ਜਾਈਏ। ਖਾਲ ਦੇ ਵਿੱਚੋਂ ਸਾਰੇ ਕੱਖ ਕਣ ਬਾਹਰ ਹੋ ਜਾਂਦੇ ਨੇ ਉਸ ਸਮੇਂ। ਇਸੇ ਤਰ੍ਹਾਂ ਹੀ ਕੀ ਹੁੰਦਾ ਹੈ ਕਿ ਜਦੋਂ ਪਿਛਲੇ ਕਰਮ ਵੀ ਸੰਗਤ ਜੀ ਨਾਲ ਜੁੜ ਕੇ ਇੰਨਾ ਭਾਰੀ ਸਾਡਾ ਨੁਕਸਾਨ ਕਰ ਦਿੰਦੇ ਨੇ, ਫਿਰ ਸਾਡੇ ਇੱਕ ਵਾਰੀ ਸੰਗਤ ਜੀ ਹਾਏ ਨਿਕਲ ਜਾਂਦੀ ਹੈ, ਕੀ ਹੋ ਗਿਆ ਸਾਡੇ ਨਾਲ ਇੱਦਾਂ ਪਰਮੇਸ਼ਰ ਨੇ ਧੱਕਾ ਕੀਤਾ। ਫਿਰ ਆਪਾਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ। ਪਰ ਸਮਝਣਾ ਚਾਹੀਦਾ ਕਿਰੇਮਾਨ ਜਿਹੜਾ ਕਰਮ ਹੈ ਸਾਡੇ ਹੱਥ ਦੇ ਵਿੱਚ ਹੈ। ਜਿੱਦਾਂ ਵੀ ਕਰਾਂਗੇ, ਜੇ ਬਾਣੀ ਪੜ੍ਹਨ ਦੇ ਵਿੱਚ ਲਾ ਦਾਂਗੇ ਤਾਂ ਸਫਲ ਹੋ ਜਾਣਾ, ਜੇ ਮੰਦ ਕਰਮਾਂ ਦੇ ਵਿੱਚ ਲਾ ਦਾਂਗੇ ਤਾਂ ਸੰਗਤ ਜੀ ਨਰਕਾਂ ਦੀ ਪ੍ਰਾਪਤੀ ਹੋਣੀ ਹੈ। ਇਹ ਤੁਹਾਡੇ ਹੱਥ ਦੇ ਵਿੱਚ ਹੀ ਹੈ। ਤਾਂ ਹੀ ਕਹਿ ਦਿੱਤਾ ਨਾ ਕਿ ਬਿਨ ਉਦਮ ਕਹ ਕੌਣ ਕਉ ਮਿਲੈ ਤੇਲ ਤਿਲ ਮਾਹੇ। ਕੋਈ ਕਹੇ ਕਿ ਮੈਂ ਤੇਲ ਲੈਣਾ ਹੈ, ਤੇਲ ਪੀਣਾ, ਤਿਲਾਂ ਦਾ ਮਿੱਠਾ ਤੇਲ, ਅਤੇ ਕਰੇ ਕਿ ਤਿਲਾਂ ਨੂੰ ਪਾ ਕੇ ਸੰਗਤ ਜੀ ਕੋਲੂ ਵਿੱਚ ਰਗੜੇ ਨਾ, ਤੇਲ ਮਿਲੇਗਾ ਕਿੱਦਾਂ? ਉੱਦਾਂ ਤਾਂ ਪ੍ਰਾਪਤੀ ਹੋ ਨਹੀਂ ਜਾਣੀ। ਜੇ ਤਿਲਾਂ ਨੂੰ ਰਗੜੇਗਾ ਤਾਂ ਕੁਝ ਨਾ ਕੁਝ ਹਾਸਲ ਹੋਵੇਗਾ, ਨਹੀਂ ਤੇ ਨਹੀਂ। ਇਸ ਕਰਕੇ ਜਿਹੜੇ ਕੁਝ ਕਰਮ ਨੇ, ਕਿਉਂਕਿ ਜੇ ਵਿਦਾਂਤ ਮਤ ਇਹ ਕਹਿੰਦਾ ਹੈ ਕਿ ਦੇਖੋ ਜਿਹੜੇ ਕਰਮ ਆਪਾਂ ਕਰਦੇ ਹਾਂ ਨਾ, ਇਹਨਾਂ ਦੇ ਦੁਆਰਾ ਸਾਰੀ ਖੇਡ ਜਿਹੜੀ ਵਾਪਰਦੀ ਰਹਿੰਦੀ ਹੈ। ਕਲਗੀਧਰ ਮਹਾਰਾਜ ਜੀ ਦੇ ਪਾਸੋਂ ਵੀ ਕੁਝ ਜਗਿਆਸੂਆਂ ਨੇ ਇਹ ਸਵਾਲ ਕੀਤੇ, ਮਹਾਰਾਜ ਤੁਸੀਂ ਵਾਰ-ਵਾਰ ਕਹਿੰਦੇ ਹੋ 3 ਪ੍ਰਕਾਰ ਦੇ ਕਰਮ ਹੁੰਦੇ, ਕਰਮ ਕਿਹੜੇ ਕਰੀਏ ਕੀ ਫਲ ਮਿਲਦਾ ਹੈ, ਕਿਹੜੇ ਕਰਮ ਕਰੀਏ ਕੀ ਫਲ ਮਿਲਦਾ ਹੈ, ਸਮਝਾ ਦਿਓ। ਮਹਾਰਾਜ ਕਹਿੰਦੇ ਅਸੀਂ ਆ ਭਾਈ ਦਇਆ ਸਿੰਘ ਸਾਹਿਬ ਜੀ ਦੇ ਸੀਸ 'ਤੇ ਹੱਥ ਰੱਖਦੇ ਹਾਂ, ਸਾਡਾ ਹੀ ਸਰੂਪ ਜਾਣ ਕੇ ਤੁਸੀਂ ਇਹਨੂੰ ਸਵਾਲ ਕਰਨੇ, ਤੁਹਾਡੇ ਸਾਰੇ ਸਵਾਲਾਂ ਦਾ ਉੱਤਰ ਦੇਵੇਗਾ। ਅਤੇ ਉਹ ਸੰਗਤ ਜਿੱਤੇ ਵੀ ਸਨ ਭਾਈ ਦਇਆ ਸਿੰਘ ਸਾਹਿਬ ਜੀ ਨੇ, 5 ਪਿਆਰਿਆਂ ਦੇ ਵਿੱਚੋਂ ਜਿਹੜੇ ਮੁੱਖ ਸਨ ਭਾਈ ਦਇਆ ਸਿੰਘ ਜੀ, ਉਹਨਾਂ ਨੇ ਫਿਰ ਇਹ ਸਾਰੀ ਜਿਹੜੀ ਕਹਾਣੀ ਹੈ, ਕਿਉਂਕਿ ਉੱਥੇ ਮਹਾਰਾਜ ਜੀ ਦੇ ਕੋਲ ਸੂਰਬੀਰ ਰਹਿੰਦੇ ਸਨ ਸ਼ਸਤਰਧਾਰੀ, ਫਿਰ ਉਹਨਾਂ ਨੇ 3 ਤੀਰਾਂ ਦੀ ਉਦਾਹਰਨ ਦੇ ਕੇ ਉਹਨਾਂ ਨੂੰ ਸਮਝਾਇਆ। ਭਾਵ ਇਹ ਹੈ ਕਿ ਜਿਹੜੇ ਕਿਤੇ ਚੰਗੇ ਕਰਮ ਕਰਨੇ ਸ਼ੁਰੂ ਕਰ ਦਿੰਦੇ ਸੰਗਤ ਜੀ, ਉਹਨਾਂ ਦੇ ਜੀਵਨ ਅੰਦਰ ਖੁਸ਼ਹਾਲੀ ਆ ਜਾਂਦੀ ਹੈ। ਮੰਨ ਲਓ ਕਿਸੇ ਦੇ ਘਰ ਦੇ ਅੰਦਰ ਗਰੀਬੀ ਹੈ, ਉਹ ਆਖੇ ਕਿ ਮੈਂ ਹੁਣ ਇਸੇ ਤਰ੍ਹਾਂ ਹੀ ਉਹਨਾਂ ਕੁ ਕਮਾਉਣਾ, ਉਹਨਾਂ ਕੁ ਖਾਣਾ ਹੈ, ਅਤੇ ਫਿਰ ਸੰਗਤ ਜੀ ਤਰੱਕੀ ਕਿੱਥੋਂ ਹੈ? ਗੁਰੂ ਨੂੰ ਦੋਸ਼ ਦਈ ਜਾਵੇ ਮੇਰੇ ਕਰਮਾਂ ਦੇ ਵਿੱਚ ਇੰਨਾ ਕੀ ਹੈ, ਉੱਠ ਕੇ ਸਵੇਰੇ ਕੰਮ 'ਤੇ ਜਾਵੇ ਨਾ। ਹਾਂ, ਜੇ ਕੰਮ 'ਤੇ ਜਾਵੇਗਾ, ਮਿਹਨਤ ਕਰੇਗਾ, ਅਤੇ ਸੰਗਤ ਜੀ ਤਰੱਕੀ ਕੁਝ ਹੋ ਜਾਂਦੀ, ਘਰ-ਬਾਰ ਬਣ ਜਾਂਦਾ ਹੈ, ਕੋਈ ਚੰਗੀ ਜਾਇਦਾਦ ਬਣ ਜਾਂਦੀ ਹੈ ਨਾ। ਇਸੇ ਤਰ੍ਹਾਂ ਹੀ ਕਿਰੇਮਾਨ ਜਿਹੜਾ ਕਰਮ ਹੈ, ਜੇ ਇਹਨੂੰ ਮੰਦ ਕਰਮ ਪਾਸੇ ਲਾ ਦਿੱਤਾ, ਉਹ ਫਿਰ ਸੰਗਤ ਜੀ ਪਾਪ ਬਣ ਜਾਂਦਾ ਹੈ। ਜੇ ਉਹਨੂੰ ਚੰਗੇ ਪਾਸੇ ਲਾ ਦੇਵਾਂਗੇ ਤਾਂ ਫਿਰ ਉਹ ਪੁੰਨ ਬਣ ਜਾਂਦਾ ਹੈ। ਇਸ ਕਰਕੇ ਇਹਨਾਂ ਕਰਮਾਂ ਦੇ ਜਿਹੜੇ ਚੱਕਰ ਨੇ ਨਾ, ਉਹਨਾਂ ਦੇ ਤਰੀਕੇ ਦੇ ਨਾਲ ਸੰਗਤ ਜੀ ਚੱਲਣਾ ਪੈਂਦਾ ਸੰਸਾਰ ਅੰਦਰ, ਫਿਰ ਕੁਝ ਹਾਸਲ ਹੁੰਦਾ ਹੈ। ਇੱਥੇ ਮਹਾਰਾਜ ਕਹਿੰਦੇ ਨੇ ਕੋਟ ਅਪਰਾਧ ਮਿਟੇ ਹਰ ਸੇਵਾ। ਜਿਨ੍ਹਾਂ ਨੇ ਕਿਰੇਮਾਨ ਕਰਮ ਦੇ ਅੰਦਰ ਸੇਵਾ ਗੁਰੂ ਦੀ ਧਾਰਨ ਕਰ ਲਈ, ਉਹਨਾਂ ਦੇ ਪੁਰਾਣੇ ਕੀਤੇ ਹੋਏ ਪਾਪ ਵੀ ਦੂਰ ਹੋ ਜਾਂਦੇ। ਬਾਹਰੀ ਤੌਰ 'ਤੇ ਜਿੱਦਾਂ ਕਿਸੇ ਨੇ ਸੰਗਤ ਜੀ ਬਹੁਤਾ ਕਿਸੇ ਦੇ ਪਾਸੋਂ ਕਰਜ਼ਾ ਲਿਆ ਹੋਵੇ, ਦੁਖੀ ਹੋਵੇ, ਹੁਣ ਜੇ ਕਮਾਈ ਕਰੇਗਾ ਤਾਂ ਕਰਜ਼ਾ ਵੀ ਲਾ ਲਵੇਗਾ, ਕੁਝ ਪੈਸੇ ਜੋੜ ਵੀ ਲਵੇਗਾ। ਜੇ ਕਮਾਈ ਨਾ ਕੀਤੀ ਫਿਰ ਕਰਜ਼ਾ ਲਾਉਣਾ ਕੀ ਹੈ, ਹੋਰ ਸਗੋਂ ਵਿਆਜ ਪੈਂਦਾ ਜਾਂਦਾ। ਇਸੇ ਤਰ੍ਹਾਂ ਹੀ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਆਣ ਕੇ ਸੇਵਾ ਦੀ ਕਮਾਈ ਕੀਤੀ, ਨਾਮ ਬਾਣੀ ਦੀ ਕਮਾਈ ਕੀਤੀ, ਉਹ ਆਪਣੇ ਪਿੱਛੇ ਕਰਮ ਕੀਤੇ ਹੁੰਦੇ ਨੇ ਮਾੜੇ, ਭਾਵ ਕਿ ਪਾਪ ਕਰਮ ਹੋ ਜਾਂਦੇ ਨੇ, ਉਹਨਾਂ ਦਾ ਕਰਜ਼ਾ ਵੀ ਲਾ ਦਿੰਦੇ ਨੇ। ਤਾਂ ਮਹਾਰਾਜ ਕਹਿੰਦੇ ਸੇਵਾ ਕਰਿਆ ਕਰੋ, ਸੇਵਾ ਦੇ ਨਾਲ ਕਰੋੜਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਨਾਲ ਰਪਿਆ ਗਿਆ, ਭਾਵ ਰੰਗਿਆ ਗਿਆ ਹੈ,
ਮਹਾਰਾਜ ਕਹਿੰਦੇ ਉਹਨਾਂ ਦੀ ਵਡਿਆਈ ਸੁਣੋ, ਕੈਸੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਸੋਗ ਅਗਨ, ਉਹਨਾਂ ਨੂੰ ਕਿਸੇ ਤਰ੍ਹਾਂ ਚਿੰਤਾ ਦੀ ਜਿਹੜੀ ਅੱਗ ਹੈ ਨਾ, ਚਿੰਤਾ ਦੀ ਅੱਗ ਸਤਾਉਂਦੀ ਨਹੀਂ ਹੈ। ਉਹ ਸਦਾ ਹੀ ਖੁਸ਼ ਰਹਿੰਦੇ ਨੇ ਆਪਣੇ ਜੀਵਨ ਦੇ ਅੰਦਰ, ਕਿਸੇ ਤਰ੍ਹਾਂ ਚਿੰਤਾ ਨਹੀਂ ਸਤਾਉਂਦੀ। ਹੋਰ ਜੀਵਨ ਦੇ ਅੰਦਰ ਜਿਹੜੇ ਕਿਸੇ ਦੇ ਝੋਰੇ ਹੁੰਦੇ ਉਹ ਖਤਮ ਹੋ ਜਾਂਦੇ ਨੇ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਸੇਵਾ ਕੀਤਿਆਂ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪਹੁ ਹਰ ਰੰਗੇ। ਤੇ ਮਹਾਰਾਜ ਕਹਿੰਦੇ ਇੱਕ ਹੋਰ ਸੁੱਖ ਪ੍ਰਾਪਤ ਹੋ ਜਾਂਦਾ ਹੈ ਕਿ ਭਵਜਲ ਜਿਹੜਾ ਸੰਸਾਰ ਹੈ ਉਹ ਸਾਧੂਆਂ ਦੀ ਸੰਗਤ ਕੀਤਿਆਂ ਜਾਂ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਉਹਨਾਂ ਦੇ ਕੋਲ ਰਹਿਣ ਕਰਕੇ ਇਸ ਭਵਜਲ ਸੰਸਾਰ ਤੋਂ ਜੀਵ ਤਰ ਜਾਂਦਾ ਹੈ। ਨਿਰਭਉ ਨਾਮ ਜਪਹੁ ਹਰ ਰੰਗੇ, ਪਰਮੇਸ਼ਰ ਦਾ ਜਿਹੜਾ ਨਾਮ ਹੈ ਰੰਗੇ, ਬੜਾ ਪ੍ਰੇਮ ਵਾਲਾ, ਜਾਂ ਜਿਨ੍ਹਾਂ ਨੇ ਪ੍ਰੇਮ ਧਾਰ ਕੇ ਪਰਮੇਸ਼ਰ ਦੇ ਨਾਮ ਨੂੰ ਚੇਤੇ ਕੀਤਾ ਉਹ ਸੰਸਾਰ ਤੋਂ ਨਿਰਭਉ ਹੋ ਜਾਂਦੇ ਨੇ, ਕਿਸੇ ਤਰ੍ਹਾਂ ਭੈ ਦੇ ਵਿੱਚ ਨਹੀਂ ਆਉਂਦੇ। ਜਿਨ੍ਹਾਂ ਨੇ ਗੁਰਬਾਣੀ ਪੜ੍ਹੀ, ਨਾਮ ਜਪਿਆ, ਕੈਸੇ ਕੈਸੇ ਸੂਰਬੀਰ ਹੋਏ ਨੇ ਨਾ ਸਿੱਖ ਧਰਮ ਅੰਦਰ, ਜਿਨ੍ਹਾਂ ਨੇ ਬੰਦ ਕਟਵਾਇਆ, ਖੋਪਰੀਆਂ ਲੋਹਾ ਲਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ ਗਏ। ਐਸੇ ਬਚਨ ਅਰਦਾਸ ਵਿੱਚ ਪੜ੍ਹਦੇ ਆ ਨਾ, ਉਹਨਾਂ ਨੇ ਐਸੇ ਕਰਮ, ਐਸੀਆਂ ਵਡਿਆਈਆਂ ਲਈਆਂ ਕਿੱਦਾਂ? ਬਾਣੀ ਪੜ੍ਹ ਕੇ, ਸੇਵਾ ਕਰਕੇ ਗੁਰੂ ਦੀ। ਤਾਂ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਮਨ ਭਾਈ ਰੰਗਿਆ ਜਾਂਦਾ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ, ਸੰਸਾਰ ਤੋਂ ਨਿਰਭਉ ਹੋ ਜਾਂਦੇ ਜੇ, ਕਿਸੇ ਤਰ੍ਹਾਂ ਉਹਨਾਂ ਨੂੰ ਡਰ ਨਹੀਂ ਰਹਿੰਦਾ, ਨਾ ਡਰਦੇ ਤੇ ਨਾ ਡਰਾਉਂਦੇ। ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੈ ਨੇੜੇ। ਫਿਰ ਇੱਕ ਸੰਗਤ ਦੀ ਹੋਰ, ਜੋ ਆਮ ਆਪਾਂ ਕਰਮ ਕਰਦੇ ਸੰਸਾਰ ਅੰਦਰ, ਪਰ ਧਨ, ਪਰਾਏ ਦਾ ਧਨ ਆਪਾਂ ਚਰਾਉਣ ਨੂੰ ਫਿਰਦੇ ਹਾਂ ਕਿ ਇਹਦੇ ਕੋਲ ਧਨ ਕਿੱਥੋਂ ਆ ਗਿਆ, ਇਹ ਮੇਰੇ ਕੋਲ ਹੁੰਦਾ। ਧਨ ਫਿਰ ਇਸਤਰੀ ਨੂੰ ਵੀ ਕਹਿ ਦਿੰਦੇ ਨੇ। ਜਿਹੜਾ ਪਰਾਈਆਂ ਇਸਤਰੀਆਂ ਤੇ ਸੰਗਤ ਦੀ ਮਾੜੀ ਨਿਗਾਹ ਦੇ ਨਾਲ ਦੇਖਦੇ ਜਿਹੜੇ ਲੋਕ, ਮਹਾਰਾਜ ਕਹਿੰਦੇ ਦੋਖ ਕਿਛ ਪਾਪ ਨਾ ਫੇੜੇ। ਫਿਰ ਐਸੇ ਜਿਹੜੇ ਪਾਪ ਕਰਮ ਜਿਹੜੇ ਸਿੱਖ ਨਹੀਂ ਕਰਦੇ, ਜਿਹੜਾ ਪਰਾਇਆ ਧਨ ਚਰਾਉਣਾ ਨਹੀਂ ਚਾਹੁੰਦੇ, ਜਿਨ੍ਹਾਂ ਦੇ ਮਨ ਦੇ ਅੰਦਰ ਐਸੀ ਕੋਈ ਇੱਛਾ ਨਹੀਂ, ਪਰਾਈ ਰੂਪਾਂ ਨੂੰ ਨਹੀਂ ਤੱਕਦੇ, ਉਹ ਫਿਰ ਕੈਸੇ ਬਣ ਜਾਂਦੇ ਨੇ? ਜਮ ਜੰਦਾਰ ਨਾ ਆਵੈ ਨੇੜੇ। ਮਹਾਰਾਜ ਕਹਿੰਦੇ ਜੇ ਜਮਾਂ ਤੋਂ ਬਚਣਾ ਚਾਹੁੰਦੇ, ਤੁਹਾਡੇ ਕੋਲ ਨਾਮ ਨਹੀਂ ਨਾ ਜਪਿਆ ਜਾਂਦਾ, ਤੇ ਇੱਕ ਕੰਮ ਕਰ ਲਓ। ਅੱਛਾ ਮਹਾਰਾਜ ਕੀ ਕੰਮ? ਮਹਾਰਾਜ ਕਹਿੰਦੇ ਲੋਕਾਂ ਦੇ ਪਰਾਏ ਧਨ ਤੋਂ ਨਿਗਾਹ ਹਟਾ ਦਿਓ ਆਪਣੀ, ਕਿ ਮੈਨੂੰ ਇਹ ਧਨ ਕਿਸੇ ਦੇ ਜਿਹੜਾ ਕੋਲ ਹੈ ਮੈਨੂੰ ਮਿਲ ਜਾਵੇ। ਇੱਕ ਮਹਾਰਾਜ ਕਹਿੰਦੇ ਹੋਰ ਕੰਮ ਹੈ। ਅੱਛਾ ਮਹਾਰਾਜ ਉਹ ਕਿਹੜਾ? ਮਹਾਰਾਜ ਕਹਿੰਦੇ ਦੇਖੋ, ਪਰਾਏ ਰੂਪਾਂ ਨੂੰ ਦੇਖ ਕੇ ਦੇਖਣਾ ਛੱਡ ਦਿਓ, ਪਰਾਏ ਰੂਪਾਂ ਨੂੰ, ਜਾਂ ਪਰਾਏ ਰੂਪਾਂ ਨੂੰ ਦੇਖ ਕੇ ਉਹਨਾਂ 'ਤੇ ਲੁਭਾਏਮਾਨ ਹੋਣਾ ਛੱਡ ਦਿਓ। ਇਹ ਬਚਨਾਂ ਨੂੰ ਚੇਤੇ ਰੱਖੋ ਕਿ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੇ। ਇਹ ਆਪਣੀ ਅਵਸਥਾ ਬਣਾ ਲਿਓ। ਅੱਛਾ ਮਹਾਰਾਜ ਇਹਦੇ ਨਾਲ ਕੀ ਹੋਣਾ? ਮਹਾਰਾਜ ਕਹਿੰਦੇ ਜਮ ਜੰਦਾਰ ਨਾ ਆਵੈ ਨੇੜੇ। ਇੰਨੇ ਕਰਮ ਕਰਨ ਦੇ ਨਾਲ ਹੀ ਜਿਹੜਾ ਕਿਸੇ ਦੀ ਮਾਇਆ 'ਤੇ ਅੱਖ ਨਹੀਂ ਰੱਖਦਾ, ਬਗਾਨੇ ਇਸਤਰੀਆਂ ਦੇ ਰੂਪ 'ਤੇ ਅੱਖਾਂ ਦੇ ਨਾਲ ਝਾਕਦਾ ਨਹੀਂ, ਮਹਾਰਾਜ ਕਹਿੰਦੇ ਜਾਓ, ਅਸੀਂ ਇਹ ਵੀ ਬਚਨ ਕਹਿ ਦਿੱਤੇ, ਤੁਹਾਨੂੰ ਇੰਨੀ ਛੁੱਟੀ ਦੇ ਦਿੱਤੀ ਕਿ ਤੁਹਾਡੇ ਲਾਗੇ ਜੇ ਤੁਸੀਂ ਇਹ ਕਰਮ ਕਰ ਲਿਓਗੇ ਨਾ, ਤੁਹਾਡੇ ਲਾਗੇ ਵੀ ਜਮ ਨਹੀਂ ਆਉਣਗੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਈ। ਜਦੋਂ ਐਸੇ ਕਰਮ ਸਿੱਖ ਕਰਨੇ ਸ਼ੁਰੂ ਕਰ ਦਿੰਦਾ ਹੈ, ਫਿਰ ਸੰਗਤ ਜੀ ਪਰਮੇਸ਼ਰ ਵੀ ਦਿਆਲਤਾ ਦੇ ਘਰ ਦੇ ਵਿੱਚ ਆਣ ਕੇ ਉਹਨਾਂ ਦੇ ਮਨਾਂ ਦੇ ਅੰਦਰ ਜਿਹੜੀਆਂ ਤ੍ਰਿਸ਼ਨਾਵਾਂ ਲੱਗੀਆਂ ਹੁੰਦੀਆਂ ਸਾਰੀਆਂ ਹੀ ਦੂਰ ਕਰ ਦਿੰਦਾ। ਤ੍ਰਿਸ਼ਨਾ ਤੋਂ ਭਾਵ ਹੁੰਦਾ ਹੈ ਕਿ ਛੋਟੀਆਂ ਛੋਟੀਆਂ ਚੀਜ਼ਾਂ ਦੀ ਸੰਗਤ ਦੀ ਆਪਾਂ ਮੰਗ ਕਰੀ ਜਾਣੀ, ਉਹ ਸਾਰੀਆਂ ਫਿਰ ਬੁੱਝ ਜਾਂਦੀਆਂ ਜਾਂ ਪੂਰੀਆਂ ਹੋ ਜਾਂਦੀਆਂ ਨੇ। ਨਾਨਕ ਉਦਰੇ ਪ੍ਰਭ ਸਰਨਾਈ, ਪਰਮੇਸ਼ਰ ਦੀ ਸ਼ਰਨ ਦੇ ਵਿੱਚ ਪੈਣ ਕਰਕੇ ਉਹ ਲੋਕ, ਉਹ ਜੀਵ ਸੰਸਾਰ ਦੇ ਅੰਦਰੋਂ ਸੰਗਤ ਜੀ ਤਰ ਜਾਂਦੇ ਨੇ, ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਜਿਹੜੇ ਲੋਕ ਗੁਰੂ ਕੀ ਸ਼ਰਨ ਦੇ ਵਿੱਚ ਰਹਿ ਕੇ ਪਹਿਲੀ ਪੰਕਤੀ ਨੂੰ ਚੇਤੇ ਕਰੀਏ, ਬੰਦਨਾ ਕਰਦੇ, ਨਮਸਕਾਰ ਕਰਦੇ ਨੇ ਗੁਰੂ ਨੂੰ ਆਣ ਕੇ, ਉਹਨਾਂ ਨੂੰ ਸੰਸਾਰ ਦੇ ਵਿੱਚੋਂ ਫਿਰ ਸੰਗਤ ਜੀ ਤਰਨਾ ਸੌਖਾ ਉਹਨਾਂ ਦਾ ਬਣ ਜਾਂਦਾ ਹੈ। ਐਸੀ ਮਹਾਰਾਜ ਕਹਿੰਦੇ ਅਵਸਥਾ ਦੇ ਉਹ ਮਾਲਕ ਬਣ ਜਾਂਦੇ ਨੇ ਜਿਹੜੇ ਲੋਕ
ਗੁਰੂ ਕੀ ਆਣ ਕੇ ਸੇਵਾ ਕਰਦੇ, ਨਮਸਕਾਰ ਕਰਦੇ। ਨਮਸਕਾਰ ਕਰਨ ਦਾ ਇੰਨਾ ਫਲ ਦਿੱਤਾ ਹੈ ਕਿ ਜਿਹੜੇ ਗੁਰੂ